ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਕਬੀਰਾ ਜਹਾਂ ਗਿਆਨ ਤੈ ਧਰਮ ਹੈ, ਜਹਾਂ ਝੂਠ ਤੈ ਪਾਪ, ਜਹਾਂ ਲੋਭ ਤੈ ਕਾਲ ਹੈ, ਜਹਾਂ ਖਿਮਾ ਤੈ ਆਪ। ਦੇਖੋ ਇਸ ਗੁਰਬਾਣੀ ਦੇ ਅੰਦਰ ਕਿੱਡੇ ਭਾਰੇ ਖਲਾਸੇ ਜਿਹੜੇ ਆ ਉਹ ਕੀਤੇ ਗਏ ਆ ਕਿ ਭਾਈ ਜਿੱਥੇ ਗਿਆਨ ਹੈ ਅਸਲ ਦੇ ਵਿੱਚ ਧਰਮ ਉੱਥੇ ਹੈ। ਪਰ ਉਹ ਗਿਆਨ ਕਿਹੜਾ? ਜਿਹੜਾ ਸੱਚ ਦਾ, ਸੱਚ ਨੂੰ ਜਿਉਣ ਦਾ, ਸੱਚ ਦੇ ਕਾਨੂੰਨ ਦਾ। ਜਿੱਥੇ ਸੱਚ ਨੂੰ ਜਿਉਣ ਦਾ, ਸੱਚ ਦੇ ਕਾਨੂੰਨ ਦਾ ਗਿਆਨ ਹੈ, ਸੱਚ ਦੀ ਮਰਜ਼ਾਦਾ ਦੀ ਗੱਲ ਹੈ, ਅਸਲ ਦੇ ਵਿੱਚ ਉੱਥੇ ਧਰਮ ਹੈ। ਅਤੇ ਜਿੱਥੇ ਝੂਠ ਵਾ, ਕੇਵਲ ਅਤੇ ਕੇਵਲ ਦਿਖਾਵਾ, ਕੇਵਲ ਅਤੇ ਕੇਵਲ ਫਰੇਬ ਹੈ, ਅਤੇ ਉੱਥੇ ਪਾਪ ਆਪਣੇ ਆਪ ਹੀ ਜਮ੍ਹਾਂ ਹੋ ਜਾਂਦਾ। ਅਤੇ ਵੱਡੀ ਗੱਲ, ਜਹਾਂ ਲੋਭ ਤੇ ਕਾਲ ਹੈ। ਹੁਣ ਜਿੱਥੇ ਲੋਭ ਲਾਲਚ ਆ ਗਿਆ, ਅਤੇ ਲੋਭ ਲਾਲਚ ਜਿੱਥੇ ਆ ਗਿਆ, ਕਾਲ ਉੱਥੇ ਆ। ਉੱਥੇ ਭਾਈ ਮੌਤ ਆ, ਸਨਾਟਾ ਹੈ, ਦੁੱਖ ਹੈ। ਕਿਉਂ? ਲੋਭ ਜਿਹੜਾ ਹੈ ਨਾ, ਉਹ ਕਾਲ ਦੀ ਨਿਸ਼ਾਨੀ ਆ, ਅੰਤ ਦੀ ਨਿਸ਼ਾਨੀ ਆ। ਵੱਡੇ ਵੱਡੇ ਜਿਹੜੇ ਲੋਭੀ ਆ, ਉਹ ਕਿੱਡਾ ਵੀ ਜ਼ਿੰਦਗੀ 'ਚ ਤਪ ਕਰ ਜਾਣ, ਪਰ ਜਦ ਉਹਨਾਂ ਦੇ ਮਨ 'ਚ ਰੱਤੀ ਭਰ ਵੀ ਲੋਭ ਆ ਗਿਆ, ਸਾਰਾ ਤਪ, ਸਾਰੀ ਵਡਾਈ ਉਹਨਾਂ ਦੀ ਨਾਸ ਹੋ ਜਾਂਦੀ ਹੈ। ਅਤੇ ਵੱਡੀ ਬਖਸ਼ੰਦ ਕੀ ਹੈ? ਜਹਾਂ ਖਿਮਾ ਤੈ ਹੈ ਆਪ। ਜਿੱਥੇ ਕੋਈ ਕਿਸੇ ਨੂੰ ਖਿਮਾ ਕਰ ਦੇਵੇ, ਅਗਰ ਉਹ ਖਿਮਾ ਜਿਹਨੂੰ ਕਰਨਾ ਹੈ ਉਹ ਵਿਅਕਤੀ ਸੱਚੇ ਦਿਲੋਂ ਸ਼ਰਨ ਵਿੱਚ ਆ ਜਾਵੇ, ਸਾਰੇ ਐਬ ਛੱਡ ਕੇ ਅਗਰ ਸ਼ਰਨ 'ਚ ਆ ਗਿਆ, ਅਤੇ ਜਿਵੇਂ ਪਰਮੇਸ਼ਰ ਜੀ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਸੇ ਤਰ੍ਹਾਂ ਗੁਰਮੁਖ ਪਿਆਰੇ ਜੋ ਸੱਚੇ ਅਰਥਾਂ ਦੇ ਵਿੱਚ ਸ਼ਰਨ 'ਚ ਆ ਜਾਂਦਾ, ਫਿਰ ਉਹਦੇ ਗੁਣ ਔਗਣ ਨਹੀਂ ਚਿਤਾਰਦੇ, ਉਹਨੂੰ ਆਪਣੇ ਗਲ ਦੇ ਨਾਲ ਲਾ ਲੈਂਦੇ ਆ, ਸ਼ਰਨ ਆਏ ਦੀ ਲਾਜ ਰੱਖਦੇ ਆ। ਹੁਣ ਦਾਸ ਅੱਜ ਹੈ ਨਾ, ਜੋ ਲੋਭ ਹੈ, ਲੋਭ ਦੇ ਪੰਨੇ ਪਾੜਨ ਵਾਲੇ ਬਹੁਤ ਘੱਟ ਗੁਰਮੁਖ ਹੁੰਦੇ ਆ, ਜਿਨ੍ਹਾਂ ਨੇ ਲੋਭ ਨੂੰ ਆਪਣੇ ਅੰਦਰੋਂ ਪੂਰੀ ਤਰ੍ਹਾਂ ਖਤਮ ਕੀਤਾ ਹੁੰਦਾ। ਪਰ ਐਸੇ ਬਹੁਤ ਸੱਜਣ ਜਿਹੜੇ ਹੈਗੇ ਉਹ ਆਪਾਂ ਦੇਖਦੇ ਹਾਂ, ਖਾਸ ਕਰਕੇ ਤਕਰੀਬਨ 98% ਜਿਹੜੇ ਹੈਗੇ ਉਹ ਆਮ ਤੌਰ 'ਤੇ ਕਿਸੇ ਨਾ ਕਿਸੇ ਲੋਭ ਦੇ ਲਾਲਚ ਦੇ ਵਿੱਚ ਫਸੇ ਰਹਿੰਦੇ ਆ। ਔਰ ਖਾਸ ਕਰਕੇ ਆਪਾਂ ਇਹ ਵੀ ਦੇਖਦੇ ਹਾਂ ਕਿ ਜਿਹੜੇ ਲੋਭੀ ਮਨੁੱਖ ਹੁੰਦੇ ਆ ਨਾ, ਉਹ ਚਾਹੇ ਕਿਸੇ ਵੀ ਅਹੁਦੇ 'ਤੇ ਹੋ ਜਾਣ, ਕਿਸੇ ਵੀ ਭੇਖ 'ਚ ਹੋ ਜਾਣ, ਚਾਹੇ ਸੰਤ ਰੂਪ ਦੇ ਭੇਖ 'ਚ ਵਿਚਰਦੇ ਫਿਰਨ, ਅਸਲ ਦੇ ਵਿੱਚ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਹੈ। ਕਿਉਂ? ਇਹੋ ਜਿਹੇ ਲੋਕੀ ਕੇਵਲ ਅਤੇ ਕੇਵਲ ਦਿਖਾਵੇ ਮਾਤਰ ਭੇਖ ਧਾਰ ਕੇ ਆਮ ਜਿਹੜੇ ਸਧਾਰਨ ਲੋਕੀ ਆ ਉਹਨਾਂ ਨੂੰ ਠਗਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ। ਇਹ ਲੋਭੀ ਮਨੁੱਖ ਜਿਹੜਾ ਹੈ ਨਾ, ਉਹਦੇ ਅੰਦਰ ਇੰਨਾ ਲੋਭ ਭਰਿਆ ਹੁੰਦਾ ਹੈ। ਜਿਵੇਂ ਇੱਕ ਕੁੱਕਰ ਹੈ, ਉਸ ਕੁੱਕਰ ਦੇ ਅੰਦਰ ਸਾਰੀ ਦਿਹਾੜੀ ਰੋਟੀ ਖਾਣ ਦੀ ਜਿਹੜੀ ਲਾਲਸਾ ਬਣੀ ਰਹਿੰਦੀ ਆ। ਅਤੇ ਇਹੋ ਜਿਹੇ ਜਿਹੜੇ ਅਵਾਰਾ ਕੁੱਕਰ ਹੁੰਦੇ ਆ, ਉਹਨਾਂ ਨੂੰ ਜਿੰਨੀ ਮਰਜ਼ੀ ਰੋਟੀ ਪਾ ਦਿਓ, ਬੇਸ਼ੱਕ ਉਹਨਾਂ ਦਾ ਢਿੱਡ ਰੋਟੀ ਨਾ ਭਰ ਜਾਵੇ, ਪਰ ਉਹਨਾਂ ਦੀ ਕਦੀ ਨੀਤ ਜਿਹੜੀ ਹੈ ਨਾ ਉਹ ਨਹੀਂ ਭਰਦੀ ਹੁੰਦੀ। ਇਸ ਤਰ੍ਹਾਂ ਇਹ ਲੋਭੀ ਮਨੁੱਖ ਹੈਗੇ ਆ। ਇਹਨਾਂ ਦਾ ਆਪਣੇ ਲੋਭ ਦੀ ਜਿੰਨੀ ਮਰਜ਼ੀ ਪੂਰਤੀ ਕਰੀ ਜਾਓ, ਪਰ ਇਹਨਾਂ ਦਾ ਲੋਭ ਦੇ ਨਾਲ ਕਦੀ ਢਿੱਡ ਨਹੀਂ ਭਰਦਾ ਹੈ। ਕਿਉਂ? ਕਿਉਂਕਿ ਇਹਨਾਂ ਦੇ ਅੰਦਰ ਲੋਭ ਇੰਨਾ ਘਰ ਕਰ ਚੁੱਕਾ ਹੁੰਦਾ ਕਿ ਜਿਹਦੀ ਕੋਈ ਸੀਮਾ ਨਹੀਂ ਹੈ। ਅਤੇ ਇਹੋ ਜਿਹੇ ਜਿਹੜੇ ਪ੍ਰਾਣੀ ਹੁੰਦੇ ਆ, ਇਹਨਾਂ ਪ੍ਰਾਣੀਆਂ ਦੇ ਅਸਰ ਦੇ ਥੱਲੇ, ਸੰਗ ਦੇ ਥੱਲੇ ਜਿਹੜੇ ਮਨੁੱਖ ਜਿਹੜੇ ਉਹ ਆ ਜਾਂਦੇ ਆ, ਉਹ ਆਪਣਾ ਲੋਕ ਤਾਂ ਗਵਾ ਹੀ ਦਿੰਦੇ ਆ, ਅਤੇ ਸਾਰੀ ਉਮਰ ਦੁੱਖਾਂ ਅਤੇ ਨਰਕਾਂ ਦੇ ਵਿੱਚ ਸੜਦੇ ਆ। ਪਰ ਬਹੁਤ ਘੱਟ ਐਸੇ ਵਿਅਕਤੀ ਆ ਜਿਨ੍ਹਾਂ ਨੇ ਲੋਭ ਦੇ ਉੱਤੇ ਪੂਰਨ ਫਤਿਹ ਪਾਈ ਆ, ਜਿਨ੍ਹਾਂ ਨੇ ਲੋਭ ਨੂੰ ਜਿੱਤਿਆ ਹੈ। ਅਤੇ ਜਿਨ੍ਹਾਂ ਨੇ ਲੋਭ ਨੂੰ ਜਿੱਤ ਲਿਆ, ਅਸਲ ਦੇ ਵਿੱਚ ਇਸੇ ਲੋਕ ਵਿੱਚ ਅਤੇ ਉਸ ਪਰਲੋਕ ਦੋਨਾਂ 'ਚ ਸਤਿਕਾਰੇ ਜਾਂਦੇ ਆ। ਜਿਵੇਂ ਦਾਸ ਨੇ ਆਪ ਸਾਰੀਆਂ ਸੰਗਤਾਂ ਦੇ ਨਾਲ ਬਾਬਾ ਰਣਧੀਰ ਸਿੰਘ ਉਹਨਾਂ ਦੀ ਇਹ ਗੱਲ ਜਿਹੜੀ ਸੀ ਉਹ ਸਾਂਝੀ ਕੀਤੀ ਸੀ ਕਿ ਜਦੋਂ ਬਾਬਾ ਜੀ ਜੇਲ੍ਹ ਦੇ ਵਿੱਚ ਸੀਗੇ, ਉਸ ਟਾਈਮ ਇੱਕ ਸੱਜਣ ਉਹਨਾਂ ਦੇ ਸੰਪਰਕ ਦੇ ਵਿੱਚ ਆਏ ਸੀ ਜੇਲ੍ਹ ਦੇ ਅੰਦਰ। ਉਹਨਾਂ ਦੇ ਕੋਲ ਇੱਕ ਵਿਦਿਆ ਸੀ, ਇੱਕ ਐਸਾ ਮੰਤਰ ਸੀਗਾ ਹੈ ਨਾ, ਅਗਰ ਉਹ ਸੱਜਣ ਉਸ ਮੰਤਰ ਨੂੰ ਤਾਂਬੇ ਦੇ ਉੱਤੇ ਪੜ੍ਹ ਦਿੰਦੇ ਸੀ, ਅਤੇ ਤਾਂਬਾ ਜਿਹੜਾ ਹੈ ਨਾ ਸੋਨੇ ਦੇ ਵਿੱਚ ਜਿਹੜਾ ਸੀ ਉਹ ਬਦਲ ਜਾਂਦਾ ਹੁੰਦਾ ਸੀ, ਕਨਵਰਟ ਹੋ ਜਾਂਦਾ ਸੀ, ਤਬਦੀਲ ਹੋ ਜਾਂਦਾ ਸੀ। ਦੇਖੋ ਕਿੱਡੀ ਭਾਰੀ ਵਿਦਿਆ ਹੈਗੀ। ਹੁਣ ਹਰੇਕ ਬੰਦਾ ਚਾਹੁੰਦਾ ਹੈ ਕਿ ਇਹੋ ਜਿਹਾ ਮੰਤਰ ਜਿਹੜਾ ਮੇਰੇ ਪਾਸ ਵੀ ਹੋਵੇ। ਅਤੇ ਦੇਖੋ ਉਸ ਸੱਜਣ ਦੇ ਪਾਸ ਮੰਤਰ ਸੀ, ਅਤੇ ਉਹਦਾ ਕਹਿਣਾ ਸੀਗਾ ਬਾਬਾ ਰਣਧੀਰ ਸਿੰਘ ਹੁਣਾਂ ਨੂੰ ਕਿ ਬੰਬੇ ਦੇ ਅਤੇ ਹੋਰ ਪੂਰੇ ਭਾਰਤ ਵਰਸ਼ ਦੇ ਬਹੁਤ ਸਾਰੇ ਜਿਹੜੇ ਸ਼ਾਹੂਕਾਰ ਮੇਰੇ ਮੂਹਰੇ ਲੱਖਾਂ ਰੁਪਈਆ ਢੇਰੀ ਕਰਨ ਵਾਸਤੇ ਤਿਆਰ ਹੈ ਕਿ ਇਹ ਮੰਤਰ ਸਾਨੂੰ ਦੇ ਦੇ। ਕਿਉਂ? ਕਿਉਂਕਿ ਉਸ ਮੰਤਰ ਦੇ ਨਾਲ ਉਹ ਦੁਨੀਆ ਦੇ ਸਭ ਤੋਂ ਵੱਡੇ ਅਮੀਰ ਵਿਅਕਤੀ ਬਣਨਾ ਚਾਹੁੰਦੇ ਸੀ। ਅਤੇ ਉਹ ਮੰਤਰ ਫਿਰ ਉਹ ਜਿਹੜਾ ਸੀ ਸਾਰੀ ਆਪਣੀ ਕੁੱਲ ਨੂੰ, ਜਿੰਨੇ ਵੀ ਉਹਨਾਂ ਦੀ ਕੁੱਲ ਦੇ ਵਿੱਚ ਜਿਹੜੇ ਉਹਨਾਂ ਦੀ ਔਲਾਦ ਸੀਗੀ, ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਉਹ ਮੰਤਰ ਦੇ ਕੇ ਅਤੇ ਫਿਰ ਦੂਜਿਆਂ ਨਾਲੋਂ ਵੱਧ ਅਮੀਰ ਬਣਾਉਣ ਦੀ ਕੋਸ਼ਿਸ਼ ਦੇ ਵਿੱਚ
ਉਹ ਲੱਗੇ ਹੋਏ ਸੀ। ਪਰ ਉਹਨਾਂ ਸੱਜਣਾਂ ਨੇ ਜਿਨ੍ਹਾਂ ਦੇ ਕੋਲ ਇਹ ਮੰਤਰ ਸੀ, ਉਹਨਾਂ ਨੇ ਇਹ ਮੰਤਰ ਕਿਸੇ ਨੂੰ ਨਹੀਂ ਦਿੱਤਾ। ਕਿਉਂ? ਉਹਨਾਂ ਨੇ ਸੋਚਿਆ ਸੀਗਾ ਕਿ ਇਸ ਮੰਤਰ ਦੇ ਕੋਈ ਯੋਗ ਨਹੀਂ ਆ। ਅਗਰ ਕੋਈ ਯੋਗ ਹੋਊਗਾ ਤਾਂ ਕੋਈ ਐਸਾ ਮਨੁੱਖ ਮੈਂ ਆਪਣੀ ਜ਼ਿੰਦਗੀ 'ਚ ਲੱਭਾਂ ਜਿਹੜਾ ਲੋਭ ਲਾਲਚ ਤੋਂ ਪਰੇ ਹੋਵੇ, ਉੱਪਰ ਹੋਵੇ। ਪਰ ਉਹਨਾਂ ਦੀ ਨਜ਼ਰ ਦੇ ਵਿੱਚ ਕੇਵਲ ਅਤੇ ਕੇਵਲ ਬਾਬਾ ਰਣਧੀਰ ਸਿੰਘ ਜੀ ਆਏ ਸੀਗੇ ਅਤੇ ਉਹਨਾਂ ਨੇ ਇਹ ਮੰਤਰ ਜਿਹੜਾ ਸੀਗਾ ਬਾਬਾ ਰਣਧੀਰ ਸਿੰਘ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਅੱਗੇ ਜਿਹੜਾ ਸੀਗਾ ਇਸ ਮੰਤਰ ਦਾ ਰਾਜ ਖੋਲ੍ਹਿਆ ਸੀਗਾ। ਅਤੇ ਖੁਦ ਬਾਬਾ ਰਣਧੀਰ ਸਿੰਘ ਜੀ ਦੇ ਸਾਹਮਣੇ ਆਪ ਉਹਨਾਂ ਨੇ ਉਹ ਤਾਂਬਾ ਲੈ ਕੇ ਉਹ 'ਤੇ ਮੰਤਰ ਪੜ੍ਹਿਆ ਸੀ ਅਤੇ ਉਹਨੂੰ ਸੋਨੇ ਵਿੱਚ ਬਦਲ ਕੇ ਦਿਖਾਇਆ ਸੀਗਾ ਔਰ ਕਿਹਾ ਸੀਗਾ ਕਿ ਇਸ ਮੰਤਰ ਨੂੰ ਜਿਹੜਾ ਹੈਗਾ ਕੋਈ ਜਪਣ 'ਚ ਟਾਈਮ ਨਹੀਂ ਲੱਗਦਾ, ਚੇਤੇ ਕਰਨ 'ਚ ਟਾਈਮ ਨਹੀਂ ਲੱਗਦਾ, ਬਸ ਇਸ ਮੰਤਰ ਨੂੰ ਕਹਿਣਾ ਹੀ ਆ ਅਤੇ ਇਹ ਸਿੱਧ ਹੋ ਜਾਂਦਾ ਹੈ। ਪਰ ਦੇਖੋ, ਜਿਨ੍ਹਾਂ ਨੇ ਲੋਭ ਦੇ ਪੰਨੇ ਪਾੜੇ ਆ, ਜਿਨ੍ਹਾਂ ਨੇ ਲੋਭ 'ਤੇ ਫਤਿਹ ਪ੍ਰਾਪਤ ਕੀਤੀ ਆ, ਉਹਨਾਂ ਦਾ ਨਜ਼ਰੀਆ ਇਸ ਮੰਤਰ ਦੇ ਪ੍ਰਤੀ ਬਿਲਕੁਲ ਸਿਫਰ ਸੀ। ਅਤੇ ਬਾਬਾ ਰਣਧੀਰ ਸਿੰਘ ਹੋਣਾ ਨੇ ਉਸ ਮੰਤਰ ਦੇਣ ਵਾਲੇ ਨੂੰ ਆਖਿਆ ਸੀਗਾ ਕਿ ਇਹ ਜਿਹੜਾ ਮੰਤਰ ਸੋਹਣੇ ਬਣਾਉਣ ਵਾਲਾ, ਇਹ ਸਾਨੂੰ ਨਹੀਂ ਚਾਹੀਦਾ ਹੈਗਾ, ਇਸ ਨੂੰ ਤੂੰ ਆਪਣੇ ਪਾਸ ਰੱਖ, ਸਾਨੂੰ ਇਹੋ ਜਿਹੇ ਮੰਤਰਾਂ ਦੀ ਲੋੜ ਨਹੀਂ। ਪਰ ਉਹਦੇ ਬਹੁਤ ਜ਼ਿਆਦਾ ਜ਼ੋਰ ਦੇਣ ਦੇ ਉੱਤੇ ਬਾਬਾ ਜੀ ਨੂੰ ਉਹਨੇ ਇਹ ਮੰਤਰ ਜਿਹੜਾ ਸੀਗਾ ਉਹ ਦਿੱਤਾ ਸੀਗਾ ਅਤੇ ਬਾਬਾ ਰਣਧੀਰ ਸਿੰਘ ਹੋਣਾ ਨੂੰ ਇਹ ਮੰਤਰ ਜਿਹੜਾ ਸੀਗਾ ਇੱਕ ਕਾਗਜ਼ 'ਤੇ ਲਿਖ ਕੇ ਆਪ ਜਬਰੀ ਜੇਬ ਦੇ ਵਿੱਚ ਪਾ ਦਿੱਤਾ ਸੀ। ਪਰ ਬਾਬਾ ਜੀ ਦੱਸਦੇ ਸੀ ਕਿ ਅਸੀਂ ਉਹ ਮੰਤਰ ਇੱਕ ਵਾਰ ਜ਼ਰੂਰ ਪੜ੍ਹਿਆ ਸੀਗਾ, ਪਰ ਉਹਦੇ ਵੱਲ ਅਸੀਂ ਕੋਈ ਖਾਸ ਧਿਆਨ ਨਹੀਂ ਦਿੱਤਾ। ਪਰ ਇੱਕੋ ਵਾਰ ਪੜ੍ਹਨ ਦੇ ਵਿੱਚ ਉਸ ਮੰਤਰ ਦਾ ਅਸਰ ਕਹਿੰਦੇ ਸਾਡੇ ਦਿਲੋਂ ਦਿਮਾਗ ਦੇ ਵਿੱਚ ਐਸਾ ਛਾਇਆ ਕਿ ਜਦੋਂ ਅਸੀਂ ਰਾਤ ਨੂੰ ਭਜਨ ਸਿਮਰਨ ਦੇ ਵਿੱਚ ਬੈਠੇ ਸੀਗੇ ਅਤੇ ਜਿੱਥੇ ਧਿਆਨ ਦੇ ਵਿੱਚ ਉਸ ਅਕਾਲ ਪੁਰਖ ਦੇ ਪ੍ਰਕਾਸ਼ ਦੇ ਪ੍ਰਤੱਖ ਦਰਸ਼ਨ ਹੁੰਦੇ ਸੀਗੇ, ਉਸ ਦਿਨ ਕਹਿੰਦੇ ਸਾਨੂੰ ਜਿੱਧਰ ਵੀ ਨਜ਼ਰ ਮਾਰਦੀ ਸੀ ਸੋਨਾ ਹੀ ਸੋਨਾ ਜਿਹੜਾ ਸੀ ਉਹ ਦਿਖਾਈ ਦੇਣ ਲੱਗ ਪਿਆ ਸੀ। ਐਸਾ ਉਸ ਮੰਤਰ ਦਾ ਜ਼ਬਰਦਸਤ ਪ੍ਰਭਾਵ ਸੀਗਾ। ਕਹਿੰਦੇ ਜਦ ਸੋਨਾ ਹੀ ਸੋਨਾ, ਸੋਨੇ ਦੇ ਪਹਾੜ, ਸੋਨੇ ਦੀ ਧਰਤੀ, ਹਰੇਕ ਚੀਜ਼ ਸੋਨੇ ਦੀ ਬਣੀ ਨਜ਼ਰ ਆਵੇ ਅਤੇ ਕਹਿੰਦੇ ਅਸੀਂ ਉਹ ਜਿਹੜੀ ਰਾਤ ਸੀ ਬੜੀ ਮੁਸ਼ਕਿਲ ਨਾਲ ਕੱਟੀ। ਪਰ ਜਦ ਦਿਨ ਚੜ੍ਹਿਆ, ਜਦ ਕਹਿੰਦੇ ਸਾਡਾ ਜਿਹੜਾ ਸੀਗਾ ਉਹ ਸਵੇਰੇ ਰੋਟੀ ਖਾਣ ਦਾ ਟਾਈਮ ਹੋਇਆ ਅਤੇ ਅੱਗ ਬਾਲੀ ਗਈ ਭੱਠੀ ਵਿੱਚ, ਕਹਿੰਦੇ ਅਸੀਂ ਸਭ ਤੋਂ ਪਹਿਲਾ ਕੰਮ ਕੀ ਕੀਤਾ ਕਿ ਜੇਬ 'ਚੋਂ ਕਾਗਜ਼ ਕੱਢ ਕੇ ਕਹਿੰਦੇ ਅਸੀਂ ਉਸ ਨੂੰ ਪਾੜ ਕੇ ਤਾਂ ਭੱਠੀ ਦੀ ਅੱਗ ਦੇ ਵਿੱਚ ਸੱਟ ਕੇ ਕਹਿੰਦੇ ਉਹਦਾ ਸਵਾਹ ਬਣਾ ਦਿੱਤੀ। ਜਿਉਂ ਹੀ ਕਹਿੰਦੇ ਉਹਨੂੰ ਜਿਹੜੀ ਸੀ ਕਾਗਜ਼ ਨੂੰ ਅੱਗ ਲੱਗੀ, ਉਸੇ ਟਾਈਮ ਕਹਿੰਦੇ ਪ੍ਰਤੱਖ 4 ਚੁਫੇਰੇ ਸਾਨੂੰ ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆਉਣ ਲੱਗ ਪਿਆ। ਭਾਵ ਕੀ ਆ ਕਿ ਉਸ ਮੰਤਰ ਨੂੰ ਜੇਬ ਦੇ ਵਿੱਚ ਰੱਖਣ ਦੇ ਕਾਰਨ ਇੰਨਾ ਪ੍ਰਭਾਵ ਬਣ ਗਿਆ ਕਿ ਸਾਰੇ ਪਾਸੇ ਜਿਹੜਾ ਹੈਗਾ ਸੋਨਾ ਹੀ ਸੋਨਾ ਨਜ਼ਰ ਆਵੇ। ਪਰ ਅਗਰ ਬਾਬਾ ਜੀ ਦੇ ਮਨ ਦੇ ਵਿੱਚ ਸੋਨੇ ਦੇ ਫੁੱਲਾਂ ਅਗਰ ਬਣ ਜਾਂਦਾ ਕਿ ਇਹਨੂੰ ਮੈਂ ਹਾਸਲ ਕਰ ਲਵਾਂ, ਤਾਂ ਦੇਖੋ ਉਹ ਸਾਰਾ ਕੁਝ ਕੀ ਕਰ ਸਕਦੇ ਸੀ ਆਪਣੇ ਜੀਵਨ ਦੇ ਵਿੱਚ। ਪਰ ਦੇਖੋ ਮਹਾਂਪੁਰਖਾਂ ਨੇ ਇਸ ਲੋਭ ਦੇ ਉੱਤੇ ਪੂਰੀ ਤਰ੍ਹਾਂ ਫਤਿਹ ਪ੍ਰਾਪਤ ਕੀਤੀ ਹੁੰਦੀ, ਇਹਦੇ ਪੰਨੇ ਪਾੜੇ ਹੁੰਦੇ। ਕਿਉਂ? ਉਹਨਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਦੀ ਇਹ ਬਾਣੀ ਜਿਹੜੀ ਆ ਹਮੇਸ਼ਾ ਨਜ਼ਰ ਦੇ ਵਿੱਚ ਰਹਿੰਦੀ ਆ ਕਿ ਮੋਤੀ ਮੰਦਰ ਤਾਂ ਉਸਰੇ ਰਤਨੀ ਹੋਏ ਜੜਾਓ। ਇਹ ਸ਼ਬਦ ਦੇ ਭਾਵ ਦੇ ਵਿੱਚ ਉਹਨਾਂ ਨੇ ਇਹ ਗੱਲ ਜਿਹੜੀ ਹੈ ਸਿੱਖੀ ਆ ਕਿ ਮਤ ਦੇਖ ਭੂਲਾਂ ਬਿਸਰੇ ਤੇਰਾ ਚਿੱਤ ਨਾ ਆਵੇ ਨਾ, ਕਿ ਇੰਨਾ ਕੁਛ ਦੇਖ ਕੇ ਕਿਤੇ ਤੇਰਾ ਨਾਮ ਮੈਨੂੰ ਵਿਸਰ ਨਾ ਜਾਵੇ, ਕਿਤੇ ਮੈਂ ਜ਼ਿੰਦਗੀ 'ਚ ਇਹ ਗਲਤੀ ਨਾ ਕਰ ਜਾਵਾਂ ਕਿ ਆਪਣੀ ਹੋਈ ਜਿਹੜੀ ਜਿੱਤੀ ਹੋਈ ਬਾਜੀ ਹੈ ਨਾ ਉਹਨੂੰ ਫਿਰ ਦੁਬਾਰਾ ਹਾਰ ਦਿਆਂ। ਇਹੋ ਜਿਹੇ ਜਿਹੜੇ ਗੁਰਮੁਖ ਪਿਆਰੇ ਹੁੰਦੇ ਬਹੁਤ ਘੱਟ ਗਿਣਤੀ 'ਚ ਹੁੰਦੇ ਆ। ਇੱਕ ਸੱਜਣ ਮਹਾਤਮਾ ਜਿਹੜੇ ਸੀ ਉਹ ਆਪਣੇ ਜੀਵਨ ਦੇ ਵਿੱਚ ਦੱਸਦੇ ਸੀਗੇ ਕਿ ਇੱਕ ਵਾਰ ਉਹ ਕਿਸੇ ਸਤਸੰਗ ਅਸਥਾਨ ਦੇ ਉੱਤੇ ਕਥਾ ਕਰਨ ਗਏ ਅਤੇ ਉਹਨਾਂ ਦੇ ਨਾਲ ਕਹਿੰਦੇ ਕੁਛ ਸਾਧੂ ਜਨ ਵੀ ਸੀ। ਜਦ ਕਹਿੰਦੇ ਕਥਾ ਕਰਨ ਗਏ ਤਾਂ ਉਸ ਅਸਥਾਨ ਦੇ ਉੱਤੇ ਇੱਕ ਬਹੁਤ ਵੱਡੇ ਤਾਂਤਰਿਕ ਆ ਗਏ। ਉਹ ਜਿਹੜੇ ਤਾਂਤਰਿਕ ਸੀ ਆਪਣੇ ਆਪ ਨੂੰ ਸਮਰਾਟ ਤਾਂਤਰਿਕ ਜਿਹੜੇ ਸੀ ਉਹ ਦੁਨੀਆ ਦੇ ਵਿੱਚ ਕਹਾਉਂਦੇ ਹੁੰਦੇ ਸੀ। ਜਦ ਕਹਿੰਦੇ ਉਹ ਆਏ ਅਤੇ ਉਹਨਾਂ ਦਾ ਬੜਾ ਬੋਲ ਵਾਲਾ ਸੀਗਾ। ਪਰ ਕਹਿੰਦੇ ਅਸੀਂ ਕੀ ਦੇਖਿਆ ਕਿ ਉਹ ਤਾਂਤਰਿਕ ਨੇ ਘੱਟੋ ਘੱਟ ਕਿਲੋ 1.5 ਕਿਲੋ ਸੋਨੇ ਦੇ ਜਿਹੜੇ ਗਹਿਣੇ ਆ ਨਾ ਆਪਣੇ ਪਾਏ ਹੋਏ ਸੀਗੇ ਅਤੇ ਇਹਨਾਂ ਸੋਨਿਆਂ ਦੇ ਗਹਿਣਿਆਂ ਦੇ ਵਿੱਚ ਉਹਦਾ ਜਿਹੜਾ ਲਿਬਾਸ ਸੀਗਾ ਉਹ ਆਮ ਸੰਗਤ ਨਾਲੋਂ ਬਿਲਕੁਲ ਵੱਖਰਾ ਲੱਗਦਾ ਸੀ। ਔਰ ਦੂਸਰੀ ਗੱਲ ਇਹ ਸੀ ਕਿ ਉਹ ਜਿਹੜਾ ਤਾਂਤਰਿਕ ਸੀਗਾ ਉਹਦਾ ਜਿਹੜਾ ਸਰੀਰ ਸੀਗਾ ਉਹ ਬੜਾ ਮੋਟਾ ਤਾਜ਼ਾ ਸੀਗਾ, ਇੱਕ ਪਹਿਲਵਾਨਾਂ ਵਰਗਾ ਸਰੀਰ ਸੀ। ਆਮ ਬੰਦਿਆਂ ਦੇ ਵਿੱਚ ਦੇਖਣ ਨੂੰ ਲੱਗਦਾ ਸੀਗਾ ਕਿ ਉਹਦੀ ਜਿਹੜੀ ਸਰੀਰਕ ਸ਼ਕਤੀ ਹੈ ਨਾ ਬੜੀ ਭਾਰੀ ਆ। ਖੈਰ ਮਹਾਂਪੁਰਖ ਦੱਸਦੇ ਸੀ ਕਿ ਅਸੀਂ ਉੱਥੇ ਸਤਸੰਗ ਕੀਤਾ, ਵਾਹਿਗੁਰੂ ਦੀ ਜਿਹੜੀ ਕਥਾ ਵਿਚਾਰ ਕੀਤੀ, ਉਸ ਤੋਂ ਬਾਅਦ ਕਿ ਕਹਿੰਦੇ ਅਸੀਂ ਫਿਰ ਥੋੜ੍ਹਾ ਟਾਈਮ ਕੀਰਤਨ ਵੀ ਕੀਤਾ, ਜਿਵੇਂ ਜਿਹੜੇ ਸਧਾਰਨ ਜਿਹੜੇ ਹੈ ਆਮ ਪੁਰਾਣੀ ਗੁਰਮੁਖ ਜਨ ਸਾਧ ਸੰਗਤ 'ਚ ਕਰਦੇ ਆ। ਜਦ ਕਹਿੰਦੇ ਅਸੀਂ ਕਰਕੇ ਹਟੇ, ਉਹ ਜਿਹੜਾ ਤੰਤਰਿਕ ਸੀਗਾ ਉਹ ਉਸ ਜਗ੍ਹਾ 'ਤੇ ਬੈਠਾ ਰਿਹਾ। ਜਦ ਕੀਰਤਨ ਦੀ ਸਮਾਪਤੀ ਹੋਈ, ਭੋਗ ਪੈ ਗਿਆ, ਸਾਰੀ ਗੱਲਬਾਤ ਹੋਈ,
ਉਹ ਤਾਂਤਰਿਕ ਕਹਿੰਦੇ ਸਾਡੇ ਪਾਸ ਆਇਆ ਤੇ ਸਾਨੂੰ ਕਹਿਣ ਲੱਗਾ ਕਿ ਪਹਿਲੀ ਗੱਲ ਇਹ ਹੈ ਕਿ ਮੇਰੇ ਪਾਸ ਬਹੁਤ ਘੱਟ ਸਮਾਂ ਹੁੰਦਾ, ਮੈਂ ਕਿਸੇ ਨੂੰ ਬਹੁਤ ਘੱਟ ਜਿਹੜਾ ਹੈਗਾ ਉਹ ਮਿਲਦਾ, ਪਰ ਅੱਜ ਤੁਸੀਂ ਇੱਥੇ ਦੀਵਾਨ ਦੇ ਵਿੱਚ ਆਏ ਆ ਅਤੇ ਮੈਂ ਤੁਹਾਨੂੰ ਚੇਚਾ ਜਿਹੜਾ ਹੈ ਨਾ ਮਿਲਣ ਵਾਸਤੇ ਆਇਆ, ਅਤੇ ਇਸ ਕਰਕੇ ਮੈਂ ਤੁਹਾਡੀ ਕਥਾ ਵਿਚਾਰ ਕੀਰਤਨ ਸਾਰਾ ਕੁਝ ਸੁਣਿਆ ਹੈਗਾ, ਪਰ ਮੈਂ ਤੁਹਾਡੇ ਨਾਲ ਕੋਈ ਖਾਸ ਗੱਲ ਕਰਨੀ ਆ। ਕਹਿੰਦੇ ਅਸੀਂ ਉਹਨਾਂ ਨੂੰ ਪੁੱਛਿਆ ਕਿ ਦੱਸੋ ਕੀ ਖਾਸ ਗੱਲ ਕਰਨੀ ਆ। ਕਹਿੰਦੇ ਉਹ ਮੈਨੂੰ ਕਹਿਣ ਲੱਗੇ ਕਿ ਇਹ ਜਿਹੜਾ ਅਸਥਾਨ ਹੈ, ਜਿਸ ਸਥਾਨ ਦੇ ਉੱਤੇ ਅਸੀਂ ਰਹਿੰਦੇ ਹਾਂ, ਮੈਂ ਤੁਹਾਡੇ ਪਾਸ ਕੁਛ ਟਾਈਮ 1 ਹਫ਼ਤਾ ਰਹਿਣਾ ਚਾਹੁੰਦਾ। ਕਹਿੰਦੇ ਮੈਂ ਉਹਨੂੰ ਕਿਹਾ ਕਿ ਜਿਸ ਸਥਾਨ 'ਤੇ ਅਸੀਂ ਵਿਚਰਦੇ ਹਾਂ ਇੱਥੇ ਇਸ ਅਸਥਾਨ ਦੇ ਵਿੱਚ 2-3 ਕਮਰੇ ਆ, ਜ਼ਿਆਦਾ ਕੋਈ ਰਿਹਾਇਸ਼ ਨਹੀਂ ਹੈਗੀ, 1-2 ਬਰਾਂਡੇ ਹੈਗੇ ਜਿੱਥੇ ਕੋਈ ਸਾਧੂ ਕੋਈ ਰੱਬ ਦਾ ਪਿਆਰਾ ਆਉਂਦਾ, ਇੱਥੇ ਰਾਤ ਕੱਢਦਾ, ਲੰਗਰ ਪਾਣੀ ਜੋ ਵੀ ਸਾਡੇ ਕੋਲ ਹੁੰਦਾ ਛਕਦਾ ਚਲੇ ਜਾਂਦਾ। ਫਿਰ ਉਹ ਕਹਿਣ ਲੱਗਾ ਕਿ ਕੋਈ ਗੱਲ ਨਹੀਂ, ਅਗਰ ਤੁਹਾਨੂੰ ਕਮਰਿਆਂ ਦੀ ਜ਼ਰੂਰਤ ਹੈ ਤਾਂ ਮੈਂ ਤੁਹਾਨੂੰ ਇਸ ਅਸਥਾਨ 'ਤੇ ਹੋਰ ਕਮਰੇ ਵੀ ਬਣਾ ਦਿਆਂਗਾ, ਅਤੇ ਦੂਸਰੀ ਗੱਲ ਇਹ ਕਿ ਜੇ ਤੁਸੀਂ ਕੋਈ ਹੋਰ ਚੰਗਾ ਅਸਥਾਨ ਬਣਾਉਣਾ ਚਾਹਵੇ ਜਿੱਥੇ ਤੁਹਾਨੂੰ ਖੁੱਲ੍ਹੀ ਜ਼ਮੀਨ ਮਿਲ ਸਕੇ, ਉਹ ਮੈਂ ਤੁਹਾਨੂੰ ਜ਼ਮੀਨ ਵੀ ਦਵਾ ਦੂੰਗਾ ਅਤੇ ਉਹਦੇ ਉੱਤੇ ਇੱਕ ਨਵਾਂ ਡੇਰਾ ਆਬਾਦ ਵੀ ਕਰ ਦੂੰਗਾ। ਕਿਉਂਕਿ ਉਹਦੀ ਝਲਕ ਤੋਂ ਲੱਗਦਾ ਸੀਗਾ ਕਿ ਉਹਦੇ ਪਾਸ ਕਰੋੜਾਂ ਰੁਪਈਆ ਸੀਗਾ। ਘੱਟੋ ਘੱਟ 1.5 ਕਿੱਲੋ ਦੇ ਸੋਨੇ ਦੇ ਗਹਿਣੇ ਜਿਹੜੇ ਸੀ ਉਸ ਤਾਂਤਰਿਕ ਨੇ ਜਿਹੜੇ ਸੀ ਆਪਣੇ ਗਲ ਦੇ ਵਿੱਚ ਪਾਏ ਹੋਏ ਸੀ, ਆਪਣੀ ਪ੍ਰਭਾਵ ਜਿਹੜੀ ਦਿਖਾਉਣ ਵਾਸਤੇ। ਅਤੇ ਫਿਰ ਕਹਿੰਦੇ ਉਹਨੇ ਇਹ ਵੀ ਦੱਸਿਆ ਸੀਗਾ ਕਿ ਉਹਨਾਂ ਦਾ ਇੱਕ ਦਿੱਲੀ ਵਿੱਚ ਵੀ ਆਸ਼ਰਮ ਹੈਗਾ, ਅਤੇ ਇਸ ਭਾਰਤ ਵਰਸ਼ ਦੇ ਵਿੱਚ ਵੀ ਉਹਨਾਂ ਦੇ ਜਿਹੜੇ ਹੈਗੇ ਆ ਵਿੱਚ ਕਈ ਆਸ਼ਰਮ ਆ, ਔਰ ਖ਼ਾਸ ਕਰਕੇ ਵਿਦੇਸ਼ ਦੇ ਵਿੱਚ ਜਦੋਂ ਜਾਂਦੇ ਆ ਅਤੇ ਉੱਥੇ ਵੀ ਜਿਹੜੀ ਸੰਗਤ ਵਿਦੇਸ਼ ਦੀ ਆ ਉਹਨਾਂ ਦੇ ਨਾਲ ਬਹੁਤ ਜੁੜੀ ਹੋਈ ਆ। ਭਾਵ ਕੀ ਆ ਕਿ ਉਹਦੀ ਜਿਹੜੀ ਪ੍ਰਸਿੱਧੀ ਸੀ ਨਾ ਉਸ ਤਾਂਤਰਿਕ ਦੀ, ਉਹ ਕਾਫੀ ਲੋਕਾਂ ਦੇ ਉੱਤੇ ਆਪਣਾ ਪ੍ਰਭਾਵ ਰੱਖਦੀ ਸੀ। ਜਦੋਂ ਕਹਿੰਦੇ ਉਸ ਸਮਰਾਟ ਤਾਂਤਰਿਕ ਨੇ ਮੇਰੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਅਤੇ ਕਹਿੰਦੇ ਅਸੀਂ ਹੂੰ ਹਾਂ ਕਰ ਛੱਡੀ, ਅਤੇ ਬਾਅਦ 'ਚ ਫਿਰ ਕਹਿੰਦੇ ਉਹ ਕਹਿਣ ਲੱਗਾ ਕਿ ਦੱਸੋ ਅਗਰ ਕੋਈ ਚੀਜ਼ ਜਾਇਦਾਦ ਬਣਾਉਣੀ, ਕੋਈ ਚੀਜ਼ ਬਣਾਉਣੀ ਹੈ, ਤੁਸੀਂ ਮੈਨੂੰ ਆਪਣਾ ਵਿਚਾਰ ਨਹੀਂ ਦੱਸਿਆ। ਕਹਿੰਦੇ ਅਸੀਂ ਉਹਨਾਂ ਨੂੰ ਇਹ ਤਾਂਤਰਿਕ ਨੂੰ ਇਹ ਗੱਲ ਕਹਿ ਦਿੱਤੀ ਕਿ ਇਹ ਜਿਹੜਾ ਅਸਥਾਨ ਹੈਗਾ ਇਹ ਸੰਗਤ ਦੀ ਆਮਦ ਦੇ ਨਾਲ ਚੱਲਦਾ ਹੈਗਾ, ਅਤੇ ਦੂਸਰੀ ਗੱਲ ਇਹ ਹੈ ਕਿ ਜਦੋਂ ਉਸ ਵਾਹਿਗੁਰੂ ਪਰਮੇਸ਼ਰ ਨੇ ਚਾਹਿਆ ਅਤੇ ਇਸ ਡੇਰੇ ਦੇ ਵਿੱਚ ਹੋਰ ਵੀ ਕਮਰੇ ਬਣ ਜਾਣਗੇ। ਅਗਰ ਜ਼ਮੀਨ ਦੀ ਗੱਲ ਹੈ ਉਹ ਵੀ ਸੰਗਤ ਦੀ ਕਿਰਪਾ ਦੇ ਨਾਲ ਜਿਹੜਾ ਸਮਾਂ ਪਾ ਕੇ ਜਿਹੜੀ ਹੈਗੀ ਆ, ਅਗਰ ਵਾਹਿਗੁਰੂ ਨੂੰ ਮਨਜ਼ੂਰ ਹੋਈ ਤਾਂ ਕਿਤੇ ਜ਼ਰੂਰ ਮਿਲ ਜੂਗੀ, ਪਰ ਸਾਨੂੰ ਜਿਹੜੀ ਹੈ ਨਾ ਤੁਹਾਡੀ ਇਹ ਸੇਵਾ ਹੈਗੀ ਆ ਇਹ ਅਸੀਂ ਨਹੀਂ ਲੈਣੀ। ਜਦ ਇੰਨੀ ਗੱਲ ਹੋਈ ਉਹ ਤਾਂਤਰਿਕ ਨੇ ਮਨ 'ਚ ਸੋਚਿਆ ਵੀ ਇਹ ਤਾਂ ਜੋ ਸੰਤ ਹੈਗਾ ਇਹ ਮੇਰੇ ਪ੍ਰਭਾਵ ਦੇ ਥੱਲੇ ਨਹੀਂ ਆਇਆ, ਸ਼ਾਇਦ ਇਹਨੂੰ ਪਤਾ ਨਾ ਹੋਵੇ। ਪਰ ਫਿਰ ਉਹਨੂੰ ਪਤਾ ਲੱਗਾ ਕਿ ਇਹ ਜਿਹੜਾ ਸੰਤ ਹੈਗਾ ਬੜੀ ਉੱਚੀ ਸ਼ਖਸੀਅਤ ਦਾ ਮਾਲਕ ਹੈਗਾ, ਅਤੇ ਇਹਨੇ ਅੰਦਰ ਲੋਭ ਦੀ ਕੋਈ ਵੀ ਕਣੀ ਨਹੀਂ ਆ। ਇਹ ਐਡਾ ਵਿਸ਼ਾਲ ਜਿਹੜਾ ਲੋਭ ਤੋਂ ਉੱਪਰ ਹੈ, ਇਹਨੇ ਲੋਭ 'ਤੇ ਫਤਿਹ ਪ੍ਰਾਪਤ ਕੀਤੀ ਕਿ ਉਹ ਤਾਂਤਰਿਕ ਜਿਹੜਾ ਸੀ ਆਪਣੀ ਤੰਤਰ ਵਿੱਦਿਆ ਨੇ ਚੰਗੀ ਤਰ੍ਹਾਂ ਜਾਣ ਗਿਆ ਸੀਗਾ। ਫਿਰ ਉਸ ਤਾਂਤਰਿਕ ਨੇ ਇੱਕ ਬੜੀ ਜਿਹੜੀ ਹੈ ਨਾ ਵਧੀਆ ਚਾਲ ਜਿਹੜੀ ਜੁਗਤੀ ਚੱਲੀ, ਉਹਦੇ ਵਿੱਚ ਉਹਨੇ ਮਹਾਤਮਾ ਨੂੰ ਇਹ ਗੱਲ ਆਖੀ ਕਿ ਇਸ ਤਰ੍ਹਾਂ ਕਰੋ, ਮੈਨੂੰ ਕੁਛ ਟਾਈਮ ਦਿਓ, ਮੈਂ ਤੁਹਾਡੇ ਨਾਲ ਹੈ ਨਾ ਇਕਾਂਤ ਕਮਰੇ 'ਚ ਕੋਈ ਗੱਲ ਕਰਨੀ। ਕਹਿੰਦੇ ਇੰਨੀ ਗੱਲ ਹੋਈ ਤਾਂ ਉਹਦੇ ਜ਼ਿਆਦਾ ਜ਼ੋਰ ਦੇਣ ਦੇ ਉੱਤੇ ਕਹਿੰਦੇ ਅਸੀਂ ਇਹ ਗੱਲ ਕਹਿਤੀ ਵੀ ਚੱਲ ਕੋਈ ਗੱਲ ਨਹੀਂ ਵੀ ਤੁਸੀਂ ਹੈ ਨਾ ਮੈਨੂੰ ਕਮਰੇ 'ਚ ਮਿਲ ਸਕਦੇ ਹੋ। ਪਰ ਕਹਿੰਦੇ ਉਹਨਾਂ ਨੇ ਸਾਡੇ ਨਾਲ ਜਿੰਨੇ ਵੀ ਜਿਹੜੇ ਸਾਧੂ ਆਏ ਸੀ ਉਹਨਾਂ ਨੂੰ ਇਹ ਗੱਲ ਕਹਿਤੀ ਸੀ ਕਿ ਤੁਸੀਂ ਬਾਹਰ ਬੈਠ ਜਾਓ, ਮੈਂ ਤੁਹਾਡੇ ਮਹਾਤਮਾ ਨਾਲ ਕੋਈ ਖਾਸ ਗੱਲ ਕਰਨੀ। ਬਸ ਫਿਰ ਕੀ ਸੀ, ਕਹਿੰਦੇ ਜਦੋਂ ਮੈਂ ਕਮਰੇ ਦੇ ਵਿੱਚ ਵੜਿਆ ਹੀ ਹਾਂ ਅਤੇ ਉਹ ਤਾਂਤਰਿਕ ਮੇਰੇ ਨਾਲ ਆਇਆ, ਉਹਨੇ ਆਉਂਦੀ ਸਾਰੀ ਜਿਹੜੇ ਕਮਰੇ ਦੀ ਕੁੰਡੀ ਲਾਤੀ ਅਤੇ ਦਰਵਾਜ਼ਾ ਬੰਦ ਕਰਤਾ। ਜਦ ਕਹਿੰਦੇ ਕੁੰਡੀ ਲਾ ਕੇ ਦਰਵਾਜ਼ਾ ਬੰਦ ਕੀਤਾ, ਮਹਾਤਮਾ ਕਹਿੰਦੇ ਸਾਡੇ ਮਨ ਦੇ ਵਿੱਚ ਥੋੜ੍ਹਾ ਜਿਹਾ ਜਾਣੀ ਹੈ ਨਾ ਸ਼ੰਕਾ ਹੋਇਆ ਕਿ ਇਹ ਬੜਾ ਭਲਵਾਨ ਹੈਗਾ, ਇਹਦੀ ਸਰੀਰਕ ਸ਼ਕਤੀ ਬੜੀ ਆ, ਇਹਦੇ ਕੋਲ ਤਾਂਤਰਿਕ ਵਿੱਦਿਆ ਭਾਰੀ ਆ, ਨੇ ਕੁੰਡੀ ਲਾ ਕੇ ਕਮਰੇ ਦੇ ਵਿੱਚ ਮੇਰੇ ਨਾਲ ਪਤਾ ਨਹੀਂ ਕਿਹੜੀ ਖੇਡ ਖੇਡੂਗਾ। ਖੈਰ ਕਹਿੰਦੇ ਅਸੀਂ ਚੁੱਪ ਕਰ ਗਏ। ਕਹਿੰਦੇ ਜਦੋਂ ਤਾਂਤਰਿਕ ਮੇਰੇ ਵੱਲੋਂ ਆਇਆ ਕੁੰਡੀ ਲਾ ਕੇ, ਉਹਨੇ ਆਉਂਦਿਆਂ ਨੇ ਮੇਰੇ ਦੋਨੇ ਪੈਰਾਂ ਦੇ ਅੰਗੂਠੇ ਜਿਹੜੇ ਸੀ ਬੜੇ ਜ਼ੋਰ ਨਾਲ ਫੜ ਕੇ ਅਤੇ ਕਹਿੰਦੇ ਉਹਨੇ ਮੰਤਰ ਪੜ੍ਹਨੇ ਸ਼ੁਰੂ ਕਰਤੇ। ਜਦ ਕਹਿੰਦੇ ਉਹਨੇ ਅੰਗੂਠੇ ਫੜੇ ਮੰਤਰ ਪੜ੍ਹਨੇ ਸ਼ੁਰੂ ਕੀਤੇ, ਉਸ ਟਾਈਮ ਤਾਂ ਸਾਨੂੰ ਬੜਾ ਚੰਬਾ ਜਿਹਾ ਲੱਗਾ ਵੀ ਇਹ ਕੀ ਕਰਨ ਲੱਗ ਪਿਆ। ਹੋ ਸਕਦਾ ਇਹਦੇ ਪਾਸ ਐਸੀ ਵਿੱਦਿਆ ਹੈਗੀ ਆ ਜਿਸ ਵਿੱਦਿਆ ਦੇ ਨਾਲ ਅਸੀਂ ਇਹਦੇ ਹੈ ਨਾ ਵੱਸ ਵਿੱਚ ਆ ਜਾਈਏ, ਇਹ ਸਾਨੂੰ ਇਮੋਸ਼ਨ ਕਰ ਦੇਵੇ, ਆਪਣੇ ਕਬਜ਼ੇ 'ਚ ਕਰ ਲਵੇ। ਫਿਰ ਕਹਿੰਦੇ ਸਾਡੇ ਮਨ 'ਚ ਉਸੇ ਟਾਈਮ ਫੁਰਨਾ ਆਇਆ। ਅਸੀਂ ਉਸੇ ਟਾਈਮ ਆਪਣੇ ਗੁਰਦੇਵ ਪਰਮੇਸ਼ਰ ਵਾਹਿਗੁਰੂ ਨੂੰ ਯਾਦ ਕਰਕੇ ਇਹ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਕਿਰਪਾ ਕਰ, ਇਸ ਜਿਹੜਾ ਤਾਂਤਰਿਕ ਹੈ ਇਹਦੀ ਚੁੰਗਲ ਦੇ ਵਿੱਚ ਮੈਨੂੰ ਬਚਾ ਲਾ, ਇਹਦਾ ਜਿਹੜਾ ਮੰਤਰਾਂ ਨੂੰ ਮੇਰੇ 'ਤੇ ਪ੍ਰਭਾਵ ਨਾ ਕਰ ਸਕੇ। ਪਰ ਕਹਿੰਦੇ ਉਹ ਜਿਹੜਾ ਤਾਂਤਰਿਕ ਸੀਗਾ ਉਹਨੇ ਇੰਨੇ ਅੰਗੂਠੇ ਜ਼ੋਰ ਨਾਲ ਫੜੇ ਸੀ, ਮੰਤਰ ਪੜ੍ਹ ਰਿਹਾ ਸੀਗਾ। ਫਿਰ ਕਹਿੰਦੇ ਸਾਡੇ ਮਨ 'ਚ ਆਇਆ ਕਿ ਇਹ ਤੋਂ ਆਪਣੇ ਅੰਗੂਠੇ ਛਡਾਉਣੇ ਚਾਹੀਦੇ। ਕਹਿੰਦੇ ਮੈਂ ਦੋਨੇ ਹੱਥ ਕਰਕੇ ਹੈ ਨਾ ਜਦੋਂ ਉਹਦਾ ਹੱਥ ਫੜ ਕੇ ਪਿੱਛੇ ਨੂੰ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਉਂਕਿ ਉਹ ਬਲੀ ਬੜਾ ਸੀ, ਸਰੀਰਕ ਸ਼ਕਤੀ ਬੜੀ ਸੀ, ਕਹਿੰਦੇ ਉਹ ਮੇਰੇ ਅੰਗੂਠੇ ਨਾ ਛੱਡੇ। ਫਿਰ ਕਹਿੰਦੇ ਅਸੀਂ ਫਿਰ ਚੁੱਪ ਕਰ ਗਏ।
ਅਖੀਰ ਕਹਿੰਦੇ ਉਹ ਮੰਤਰ ਸਾਰਾ ਕੁਝ ਮਾਰ ਕੇ ਕਹਿੰਦੇ ਫਿਰ ਅਖੀਰ ਉਹਨੇ ਅੰਗੂਠੇ ਜਿਹੜੇ ਸੀ ਮੇਰੇ ਛੱਡ ਦਿੱਤੇ। ਪਰ ਉਹਨੇ ਮਨ ਦੇ ਵਿੱਚ ਇਹ ਜਾਣ ਲਿਆ ਕਿ ਮੇਰੇ ਮੰਤਰਾਂ ਦਾ ਇਸ ਸੰਤ ਮਹਾਤਮਾ ਦੇ ਉੱਤੇ ਕੋਈ ਅਸਰ ਨਹੀਂ ਹੋਇਆ। ਖੈਰ ਕਹਿੰਦੇ ਉਹ ਥੱਕ ਕੇ ਨਾ ਮੇਰੇ ਸਾਹਮਣੇ ਇੱਕ ਕੁਰਸੀ 'ਤੇ ਜਿਹੜਾ ਤਾਂਤਰਿਕ ਬੈਠ ਗਿਆ। ਜਦੋਂ ਬੈਠਾ ਫਿਰ ਮਹਾਤਮਾ ਕਹਿਣ ਲੱਗੇ ਕਿ ਮੈਂ ਬੜਾ ਹਲੀਮੀ ਦੇ ਨਾਲ ਫੇਰ ਵੀ ਉਹਨੂੰ ਪੁੱਛਿਆ ਤਾਂਤਰਿਕ ਨੂੰ ਵੀ ਤੁਸੀਂ ਇਹ ਕੀ ਕੀਤਾ ਕਰਦੇ ਆ, ਮੇਰੇ ਅੰਗੂਠੇ ਫੜ ਕੇ ਤੁਸੀਂ ਕੀ ਆਪ ਕਹਿਣਾ ਚਾਹੁੰਦੇ, ਕੀ ਕਹਿਣਾ ਚਾਹੁੰਦੇ ਆ। ਫਿਰ ਕਹਿੰਦੇ ਉਹ ਤਾਂਤਰਿਕ ਨੇ ਮੈਨੂੰ ਇਹ ਗੱਲ ਕਹਿ ਦਿੱਤੀ ਕਿ ਤੁਹਾਡੇ ਪਾਸ ਕੀ ਹੈ ਮੈਂ ਜਾਣਦਾ ਹੈਗਾ, ਮੈਂ ਖਾਸ ਕਰਕੇ ਤੁਹਾਨੂੰ ਮਿਲਣ ਵਾਸਤੇ ਨਾ ਤੁਹਾਡੇ ਸਥਾਨ 'ਤੇ ਪਹੁੰਚਿਆ। ਕਿਉਂ? ਮੇਰੇ ਪਾਸ ਕੋਈ ਟਾਈਮ ਨਹੀਂ, ਮੇਰੇ ਕੋਲ ਇੰਨੇ ਜਿਹੜੇ ਫੋਨ ਆਉਂਦੇ ਆ ਮੈਨੂੰ ਦਿਹਾੜੀ 'ਚ, ਅਤੇ ਬਹੁਤ ਲੋਕ ਜਿਹੜੇ ਹਨ ਮੇਰੇ ਜਿਹੜੇ ਹੈ ਪਿੱਛੇ ਲੱਗੇ ਹੋ ਆ। ਭਾਵ ਕੀ ਆ, ਮੇਰੇ ਫੋਲੋਵਰ ਜਿਹੜੇ ਮੈਨੂੰ ਪਸੰਦ ਕਰਦੇ ਅਤੇ ਘਰਾਂ ਦੇ ਵਿੱਚ ਬੁਲਾਉਂਦੇ ਆ। ਅਤੇ ਜਦੋਂ ਕਹਿੰਦੇ ਮੈਂ ਘਰਾਂ 'ਚ ਜਾਂਦਾ ਉਹਨਾਂ ਦੇ ਕੰਮਕਾਰ ਕਰਦਾ, ਬਹੁਤ ਭਾਰੀ ਜਿਹੜੀ ਮਾਇਆ ਹੈਗੀ ਉਹ ਮੈਨੂੰ ਦਿੰਦੇ ਰਹਿੰਦੇ ਆ। ਕਹਿੰਦੇ ਜਦੋਂ ਉਹਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀ ਅਸੀਂ ਚੁੱਪ ਕਰਕੇ ਉਹਦੀ ਗੱਲ ਸੁਣਦੇ ਰਹੇ। ਫਿਰ ਕਹਿੰਦੇ ਮੈਨੂੰ ਕਹਿਣ ਲੱਗਾ ਕਿ ਤੁਹਾਡੇ ਵਿੱਚ ਐਸੀ ਕਰਾਮਾਤ ਹੈ, ਐਸੀ ਸ਼ਕਤੀ ਹੈ ਉਸ ਰੱਬ ਦੀ ਕਿ ਮੇਰੀ ਤਾਂਤਰਿਕ ਵਿੱਦਿਆ ਜਿਹੜੀ ਉਹ ਤੁਹਾਡੇ 'ਤੇ ਅਸਰ ਨਹੀਂ ਕਰਦੀ ਹੈ। ਤਾਂ ਫਿਰ ਮੈਨੂੰ ਕਹਿਣ ਲੱਗੇ ਕਿ ਤੁਹਾਡੇ ਪਾਸ ਐਸੀ ਚੀਜ਼ ਵਾ ਜਿਹੜੀ ਕਲਿਆਣਕਾਰੀ ਹੈ, ਜਿਹੜੀ ਆਪਣੇ ਲੋਕਾਂ ਦਾ ਕਲਿਆਣ ਕਰਦੀ ਆ, ਇਸ ਲੋਕ ਦੇ ਵਿੱਚ ਵੀ ਅਤੇ ਉਸ ਪਰਲੋਕ ਦੇ ਵਿੱਚ ਵੀ। ਅਤੇ ਜਾਂਦਾ ਜਾਂਦਾ ਫਿਰ ਉਹ ਕਹਿਣ ਲੱਗਾ ਕਿ ਮੇਰੀ ਤਾਂਤਰਿਕ ਵਿੱਦਿਆ ਚਾਹੇ ਬੜੀ ਭਾਰੀ, ਮੈਂ ਆਪਣੇ ਆਪ ਨੂੰ ਸਮਰਾਟ ਤਾਂਤਰਿਕ ਅਖਵਾਉਂਦਾ ਇਸ ਦੁਨੀਆ ਦੇ ਵਿੱਚ, ਪਰ ਮੇਰੀ ਜਿਹੜੀ ਵਿੱਦਿਆ ਕੇਵਲ ਇਸ ਲੋਕ ਵਾਸਤੇ ਹੈ, ਕਿਉਂਕਿ ਮੇਰੀ ਵਿੱਦਿਆ ਵਿੱਚ ਕੇਵਲ ਅਤੇ ਕੇਵਲ ਲੋਭ ਹੈ। ਲੋਭ ਤੋਂ ਸਿਵਾਏ ਕੋਈ ਦੂਸਰਾ ਕਰਮ ਮੇਰੀ ਵਿੱਦਿਆ ਵਿੱਚ ਨਹੀਂ ਆ। ਅਤੇ ਜਿਸ ਲੋਭ ਦੇ ਕਾਰਨ ਮੇਰੇ ਪਾਸ ਇਸ ਟਾਈਮ ਜਿਹੜੇ ਹੈ ਨਾ ਕਰੋੜਾਂ ਰੁਪਈਏ ਜਮ੍ਹਾਂ ਰਹਿੰਦੇ ਆ। ਕਹਿੰਦੇ ਤਾਂਤਰਿਕ ਨੇ ਮੈਨੂੰ ਖੁਦ ਗੱਲ ਦੱਸੀ, ਪਰ ਕਹਿੰਦੇ ਅਸੀਂ ਉਹਦੀ ਗੱਲ ਸੁਣ ਕੇ ਬਿਲਕੁਲ ਚੁੱਪ ਕਰ ਗਏ। ਫਿਰ ਕਹਿੰਦੇ ਉਹ ਤਾਂਤਰਿਕ ਨੇ ਇੱਕ ਤੀਸਰੀ ਜੁਗਤ ਇਹ ਜਿਹੜੀ ਸੀ ਮੇਰੇ ਨਾਲ ਅਖੀਰ ਦੇ ਵਿੱਚ ਇਹ ਰਲਾਈ ਕਿ ਮੈਂ ਤੁਹਾਨੂੰ ਆਪਣਾ ਇੱਕ ਫ਼ੋਨ ਨੰਬਰ ਦਿੰਦਾ ਹੈਗਾ। ਇਹ ਜਿਹੜਾ ਫ਼ੋਨ ਨੰਬਰ ਹੈ ਮੇਰਾ ਗੁਪਤ ਫ਼ੋਨ ਨੰਬਰ ਹੈ ਔਰ ਇਹ ਡਾਇਰੈਕਟ ਹੈ। ਇਸ ਫ਼ੋਨ ਨੂੰ ਦੂਸਰਾ ਮੇਰਾ ਚੇਲਾ ਕੋਈ ਨਹੀਂ ਚੱਕਦਾ, ਇਹਨੂੰ ਕੇਵਲ ਅਤੇ ਕੇਵਲ ਮੈਂ ਹੀ ਚੱਕਦਾ ਹੈ। ਇਹ ਮੈਂ ਨੰਬਰ ਜਿਹੜਾ ਹੈ ਨਾ ਇਹ ਤੁਹਾਨੂੰ ਦੇ ਰਿਹਾ ਹੈਗਾ, ਤੁਸੀਂ ਜਿੱਦਣ ਵੀ ਮੈਨੂੰ ਫ਼ੋਨ ਕਰੋਗੇ ਮੈਂ ਤੁਹਾਡੇ ਨਾਲ ਗੱਲਬਾਤ ਕਰੂੰਗਾ। ਅਤੇ ਕਹਿੰਦੇ ਉਹਨੇ ਉਹ ਨੰਬਰ ਲਿਖ ਕੇ ਮੇਰੀ ਜੇਬ 'ਚ ਪਾ ਦਿੱਤਾ ਅਤੇ ਮੈਨੂੰ ਖਾਸ ਕਰਕੇ ਕਿਹਾ ਕਿ ਅਗਰ ਕੋਸ਼ਿਸ਼ ਕਰਿਓ ਕਿ ਤੁਸੀਂ ਮੇਰੇ ਪਾਸ ਆਵੋ ਡੇਰੇ 'ਚ, ਜੇ ਨਹੀਂ ਹੈ ਤੁਸੀਂ ਮੈਨੂੰ ਇੱਕ ਕਾਲ ਲਾ ਦਿਓ ਅਤੇ ਮੈਂ ਜਿਹੜੀ ਉਹ ਤੁਹਾਡੇ ਨਾਲ ਗੱਲਬਾਤ ਕਰ ਸਕਾਂ। ਮਹਾਂਪੁਰਖਾਂ ਦੇ ਮਨ ਦੇ ਵਿੱਚ ਫਿਰ ਇਹ ਹੈ ਕਿ ਇਹ ਜਿਹੜਾ ਤਾਂਤਰਿਕ ਹੈਗਾ ਆਪਣੀ ਤੰਤਰ ਵਿੱਦਿਆ ਦੇ ਪ੍ਰਭਾਵ ਦੇ ਨਾਲ ਕਿਸੇ ਵੀ ਤਰੀਕੇ ਨਾਲ ਮੈਨੂੰ ਆਪਣੇ ਚੁੰਗਲ ਦੇ ਵਿੱਚ ਫਸਾਉਣਾ ਚਾਹੁੰਦਾ ਹੈਗਾ। ਕਿਉਂ? ਕਹਿੰਦੇ ਅਸੀਂ ਮਨ 'ਚ ਜਿਹੜਾ ਸੀਗਾ ਇਹ ਠਾਣਿਆ ਕਿ ਸਾਨੂੰ ਇਸ ਤਾਂਤਰਿਕ ਜਾਂ ਝੂਠੀ ਵਿੱਦਿਆ ਦੇ ਨਾਲ ਕੀ ਮਤਲਬ ਹੈਗਾ। ਕਿਉਂ? ਜਿਹੜਾ ਝੂਠਾ ਲੋਭ ਹੈ ਉਹ ਤਾਂ ਫਿਰ ਝੂਠ ਹੀ ਹੁੰਦਾ ਨਾ। ਕਿਉਂ? ਗੁਰਬਾਣੀ ਦਾ ਫਰਮਾਨ ਹੈ, ਫਰੀਦਾ ਜਹ ਲੱਭ ਤਾਂ ਨੇ ਕਿਆ, ਲੱਭ ਤਾਂ ਕੂੜਾ ਨੇ, ਕਿਚਰ ਝੱਤ ਲੰਘਾਈਏ ਛੱਪੜ ਟੁੱਟੇ ਮੇ। ਖੈਰ ਕਹਿੰਦੇ ਉਹ ਤਾਂਤਰਿਕ ਜਾਣ ਲੱਗਾ, ਮੈਨੂੰ ਫੇਰ ਵੀ ਕਹਿ ਗਿਆ ਕਿ ਆਹ ਨੰਬਰ ਮੇਰੇ ਪਾਸ ਹੈ, ਤੁਸੀਂ ਜਦੋਂ ਵੀ ਫ਼ੋਨ ਮਾਰੋ, ਜਿਸ ਟਾਈਮ ਵੀ ਫ਼ੋਨ ਮਾਰੋ, ਮੈਂ ਤੁਹਾਡੇ ਨਾਲ ਉਸੇ ਟਾਈਮ ਹੀ ਜਿਹੜੀ ਗੱਲ ਕਰਾਂਗਾ, ਕਿਉਂਕਿ ਮੇਰਾ ਆਪਣਾ ਪਰਸਨਲ ਪ੍ਰਾਈਵੇਟ ਨੰਬਰ ਹੈਗਾ। ਖੈਰ ਕਹਿੰਦੇ ਕਹਿ ਕੇ ਉਹ ਤਾਂਤਰਿਕ ਜਿਹੜਾ ਸੀਗਾ ਫਿਰ ਉੱਥੋਂ ਚਲਿਆ ਗਿਆ। ਕਹਿੰਦੇ ਉਹਦੀ ਜਾਣ ਦੀ ਢੇਰ ਸੀ। ਅਸੀਂ ਉਹਦਾ ਜਿਹੜਾ ਨੰਬਰ ਲਿਖਿਆ ਕਾਗਜ਼ ਦੇ ਵਿੱਚ, ਕਹਿੰਦੇ ਉਸੇ ਟਾਈਮ ਜਿਹੜਾ ਆਪਣੀ ਜੇਬ 'ਚੋਂ ਬਾਹਰ ਕੱਢ ਕੇ ਕਹਿੰਦੇ ਉਹਨੂੰ ਪਾੜ ਕੇ ਹੈ ਨਾ ਅਸੀਂ ਕਹਿੰਦੇ ਅੱਗ ਦੇ ਵਿੱਚ ਸੁੱਟ ਦਿੱਤਾ। ਅਸੀਂ ਕਹਿੰਦੇ ਉਹਦੇ ਵੱਲ ਦੇਖਿਆ ਨਹੀਂ ਕਿ ਇਹ ਕਿਹੜਾ ਨੰਬਰ ਆ ਅਤੇ ਕੀ ਗੱਲਬਾਤ ਹੈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਐਸੇ ਬਿਰਲੇ ਮਨੁੱਖ ਹੁੰਦੇ ਆ ਜਿਨ੍ਹਾਂ ਨੇ ਲੋਭ ਦੇ ਉੱਤੇ ਫਤਿਹ ਪ੍ਰਾਪਤ ਕੀਤੀ ਹੁੰਦੀ ਆ, ਲੋਭ ਦੇ ਪੰਨੇ ਪਾੜੇ ਹੁੰਦੇ ਆ। ਕਿਉਂ? ਉਹਨਾਂ ਨੂੰ ਪਤਾ ਕਿ ਲੋਭ ਜਿਹੜਾ ਹੈ ਨਾ ਇਸ ਅਧਿਆਤਮਿਕ ਮਾਰਗ ਦੇ ਵਿੱਚ ਸਭ ਤੋਂ ਵੱਡਾ ਪਹਾੜ ਹੈ। ਇਹ ਉਹ ਰੁਕਾਵਟ ਹੈਗੀ ਆ, ਅਗਰ ਇੱਕ ਵਾਰ ਖੜੀ ਹੋ ਜਾਵੇ ਤਾਂ ਤੋੜਨੀ ਜਿਹੜੀ ਹੈ ਨਾ ਉਹ ਮੁਸ਼ਕਲ ਹੋ ਜਾਂਦੀ ਹੈ। ਇਸ ਕਰਕੇ ਜਿਹੜੇ ਮਹਾਂਪੁਰਖ ਹੈਗੇ ਆ ਉਹ ਲੋਭ ਤੋਂ ਕੋਹਾਂ ਹੀ ਦੂਰ ਰਹਿੰਦੇ ਆ। ਕਿਉਂ? ਉਹਨਾਂ ਦਾ ਮਨ ਵੀ ਨਿਰਮਲ ਅੰਦਰੋਂ ਅਤੇ ਬਾਹਰ ਵੀ ਨਿਰਮਲ ਹੈ। ਲੇਕਿਨ ਦੂਸਰੇ ਕੀ ਹੁੰਦੇ ਆ ਕਿ ਜਿਹੜੇ ਅੰਦਰੋਂ ਤਾਂ ਮੈਲੇ ਹੁੰਦੇ ਲੇਕਿਨ ਬਾਹਰੋਂ ਨਿਰਮਲ ਦਾ ਦਿਖਾਵਾ ਕਰਦੇ ਆ। ਇਹੋ ਜਿਹੇ ਜਿਹੜੇ ਸੰਤ ਮਹਾਤਮਾ ਹੈਗੇ ਉਹਨਾਂ ਤੋਂ ਬਚਣ ਦੀ ਲੋੜ ਹੈ, ਉਹਨਾਂ ਦੇ ਧੋਖੇ ਤੋਂ ਬਚਣ ਦੀ ਲੋੜ ਹੈ। ਜਿਹੜੇ ਮਨੁੱਖ ਜਿਹੜੇ ਹੈਗੇ ਆ ਆਪਣੇ ਜੀਵਨ ਦੇ ਵਿੱਚ ਸਾਵਧਾਨ ਰਹਿੰਦੇ ਆ, ਸੁਚੇਤ ਰਹਿੰਦੇ ਆ, ਲੇਕਿਨ ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰਦੇ ਆ ਜਿਨ੍ਹਾਂ ਦਾ ਹਿਰਦਾ ਜਿਹੜਾ ਬਾਹਰੋਂ ਵੀ ਨਿਰਮਲ ਆ ਅਤੇ ਅੰਦਰੋਂ ਵੀ ਨਿਰਮਲ ਵਾ, ਅਤੇ ਉਹਨਾਂ ਨੇ ਆਪਣੇ ਜੀਵਨ ਦੀ ਜਿਹੜੀ ਬਾਜੀ ਆ ਉਹ ਜੀਂਦੇ ਜੀ ਜਿੱਤੀ ਹੁੰਦੀ ਆ। ਸੋ ਜਿਹੜੇ ਗੁਰਮੁਖ ਪਿਆਰੇ ਇਹੋ ਜਿਹੇ ਮਹਾਂਪੁਰਖਾਂ ਦੀ ਸੰਗਤ ਕਰਦੇ ਆ, ਜਿਵੇਂ ਉਹਨਾਂ ਮਹਾਂਪੁਰਖਾਂ ਦਾ ਲੋਕ ਅਤੇ ਪਰਲੋਕ ਸਹੇਲਾ ਹੁੰਦਾ, ਉਹਨਾਂ ਦਾ ਸਤਿਕਾਰ ਹੁੰਦਾ, ਇਸੇ ਤਰ੍ਹਾਂ ਇਹਨਾਂ ਦਾ ਵੀ ਜਿਹੜਾ ਹੈ ਨਾ
ਇਸ ਲੋਕ ਤੇ ਪਰਲੋਕ 'ਤੇ ਸਤਿਕਾਰ ਹੁੰਦਾ ਹੈ। ਜਿਹੜੇ ਲੋਭ ਲਾਲਚ ਤੋਂ ਬਗੈਰ ਕੇਵਲ ਤੇ ਕੇਵਲ ਵਾਹਿਗੁਰੂ ਦੇ ਨਾਮ ਦੇ ਟੇਕ ਲੈਂਦੇ ਆ, ਕੇਵਲ ਤੇ ਕੇਵਲ ਨਾਮ ਨੂੰ ਹੀ ਆਪਣਾ ਆਧਾਰ ਮੰਨਦੇ ਆ, ਤੇ ਇਸੇ ਹੀ ਨਾਮ ਦੇ ਆਧਾਰ ਦੇ ਵਿੱਚ ਦੁੱਖ ਸੁੱਖ ਦੇ ਵਿੱਚ ਰਹਿ ਕੇ ਵੀ ਪਰਮੇਸ਼ਰ ਦੇ ਸ਼ੁਕਰੀਏ 'ਚ ਰਹਿੰਦੇ ਆ। ਸੋ ਦਾਸ ਇੰਨੇ ਹੀ ਵਚਨ ਕਰਦਾ ਹੋਇਆ ਖਿਮਾ ਦਾ ਜਾਚਕ ਆ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।